ਪਹਿਲਾਂ ਤਾਂ ਸਾਰੇ ਮੀਡੀਆ ਦੇ ਦੋਸਤਾਂ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ, ਤੁਸੀਂ ਸਾਡੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ। ਇਹ ਕਿਸਾਨ ਅੰਦੋਲਨ ਬਹੁਤ ਲੰਬੇ ਸਮੇਂ ਤੋਂ, ਅਸਲ 'ਚ ਤਾਂ ਤੁਸੀਂ ਦੇਖਿਆ ਪਿਛਲਾ ਸਾਰਾ ਸਾਲ ਹੀ ਅੰਦੋਲਨ ਦੇ ਵਿੱਚ ਲੰਘਿਆ। ਉਸ ਤੋਂ ਬਾਅਦ ਬਹੁਤ ਸਰਗਰਮੀ ਨਾਲ ਆਮ ਲੋਕਾਂ ਦੀ ਪਾਰਟਿਸਪੇਸ਼ਨ ਇਹਦੇ 'ਚ ਹੋ ਕੇ ਅੱਜ ਇਹ ਸੰਸਾਰ ਦਾ ਸਭ ਤੋਂ ਵੱਡਾ ਅੰਦੋਲਨ ਹੋ ਨਿਬੜਿਆ। ਇਸ ਅੰਦੋਲਨ ਵਿੱਚ 2-3 ਗੱਲਾਂ ਜਿਹੜੀਆਂ ਦੁਨੀਆ ਦੇ ਇਤਿਹਾਸ ਵਿੱਚ ਲਿਖੀਆਂ ਜਾਣਗੀਆਂ। ਇੱਕ ਤਾਂ ਸਭ ਤੋਂ ਵੱਧ ਪੀਸਫੁਲ ਅੰਦੋਲਨ ਰਿਹਾ, ਸਭ ਤੋਂ ਲੰਬਾ ਸਮਾਂ ਅੰਦੋਲਨ ਰਿਹਾ ਔਰ ਸਭ ਤੋਂ ਵੱਧ ਪਾਰਟਿਸਪੇਸ਼ਨ ਵਾਲਾ ਅੰਦੋਲਨ ਰਿਹਾ। ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਹੀਂ, ਹਰ ਸ਼ਹਿਰੀ ਦਾ ਅੰਦੋਲਨ ਬਣ ਗਿਆ। ਅੱਜ ਇਹ ਜਨ ਅੰਦੋਲਨ ਹੈ। ਅਸੀਂ 26 ਨਵੰਬਰ ਤੋਂ ਲਗਾਤਾਰ ਦਿੱਲੀ ਦੇ ਆਲੇ ਦੁਆਲੇ ਨਾਕਿਆਂ ਤੇ ਜਿੱਥੇ ਸਾਨੂੰ ਰੋਕਿਆ ਗਿਆ ਉੱਥੇ ਬੈਠੇ ਹਾਂ, ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ। ਅੱਜ ਵੀ ਸ਼ਾਂਤਮਈ ਤਰੀਕੇ ਨਾਲ ਉਹ ਅੰਦੋਲਨ ਚੱਲ ਰਿਹਾ। ਇਸ ਵੇਲੇ ਜਿਹੜੀ 26 ਜਨਵਰੀ ਦੀ ਘਟਨਾ ਸੀ, ਜੋ ਹੋਇਆ ਮੰਦਭਾਗਾ ਹੋਇਆ, ਉਹਦੇ ਬਾਵਜੂਦ ਹੁਣ ਫੇਰ ਦੁਬਾਰਾ ਅੰਦੋਲਨ ਆਪਣੇ ਜੋਬਨ ਤੇ ਹੈ। ਸਾਰੇ ਲੋਕਾਂ ਦੀ, ਬਹੁਤ ਵੱਡੀ ਗਿਣਤੀ ਵਿੱਚ ਹਰਿਆਣੇ ਦੇ ਲੋਕਾਂ ਦੀ, ਹੁਣ ਯੂਪੀ ਦੇ ਲੋਕਾਂ ਦੀ, ਪੰਜਾਬ, ਰਾਜਸਥਾਨ, ਉੱਤਰਾਖੰਡ, ਇਹ ਸਾਰੀਆਂ ਸਟੇਟਾਂ ਤੋਂ ਵੱਡੀ ਗਿਣਤੀ 'ਚ ਲੋਕ ਉੱਥੇ ਪਹੁੰਚ ਰਹੇ ਨੇ ਤੇ ਸੰਭਾਵਨਾ ਇਹ ਹੈ ਵੀ 2 ਤਾਰੀਖ ਤੱਕ ਇਹ ਫੇਰ ਰਿਕਾਰਡ ਗੈਦਰਿੰਗ ਉੱਥੇ ਹੋਏਗੀ। ਸਭ ਤੋਂ ਵੱਡੀ ਗੱਲ ਫੇਰ ਇਹ ਵੀ ਇਹ ਪੀਸਫੁਲ ਹੋਏਗੀ। ਮੈਂ ਇੱਕ ਬੇਨਤੀ ਤੁਹਾਡੇ ਥਰੂ ਲੋਕਾਂ ਨੂੰ ਕਰਨਾ ਆਇਆ। ਉੱਥੇ ਜਿੱਥੇ ਅਸੀਂ ਬੈਠੇ ਹਾਂ, ਸਰਕਾਰ ਨੇ ਨੈੱਟ ਬੰਦ ਕਰ ਦਿੱਤਾ ਹੈ, ਹਰਿਆਣੇ 'ਚ ਵੀ ਨੈੱਟ ਬੰਦ ਕਰ ਦਿੱਤਾ ਹੈ ਤੇ ਕਈ ਵਾਰੀ ਉਹ ਪਾਣੀ ਬੰਦ ਕਰ ਦਿੰਦੇ ਨੇ, ਸਾਡੀ ਪਾਣੀ ਦੀ ਸਪਲਾਈ ਬੰਦ ਕਰ ਦਿੰਦੇ ਨੇ, ਬਿਜਲੀ ਸਪਲਾਈ ਬੰਦ ਕਰ ਦਿੰਦੇ ਨੇ। ਲੋਕਾਂ ਦੇ ਸਾਹਮਣੇ ਸਹੀ ਤਸਵੀਰ ਨਹੀਂ ਜਾਂਦੀ। ਜੋ ਮੰਦਭਾਗੀਆਂ ਘਟਨਾਵਾਂ ਹੋਈਆਂ ਉਹਨਾਂ ਦੀਆਂ ਤਸਵੀਰਾਂ ਦਿਖਾ ਕੇ ਲੋਕਾਂ ਨੂੰ ਡਰਾਈ ਜਾਂਦੇ ਨੇ ਸਰਕਾਰ ਵਾਲੇ। ਲੋਕਾਂ ਵਿੱਚ ਗਲਤਫਹਿਮੀਆਂ ਪੈਦਾ ਕਰ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਗੁੰਮਰਾਹਕੁਨ ਪ੍ਰਚਾਰ ਕਰਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਤੁਹਾਡੇ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਾਂਗਾ, ਇਹ ਅੰਦੋਲਨ ਅੱਜ ਦੇਸ਼ ਦੇ 713 ਚੋਂ 700 ਜ਼ਿਲ੍ਹਿਆਂ ਵਿੱਚ ਪੂਰੀ ਸਰਗਰਮੀ ਨਾਲ ਚੱਲ ਰਿਹਾ ਹੈ। ਜਿਸ ਤਰ੍ਹਾਂ ਦਾ ਇੱਥੇ ਮੀਡੀਆ ਵਿੱਚ ਰਿਪੋਰਟਿੰਗ ਹੁੰਦੀ ਹੈ, ਪਤਾ ਇਹ ਲੱਗਦਾ ਵੀ ਸਾਊਥ ਦੀਆਂ ਖਬਰਾਂ ਇੱਥੇ ਬਹੁਤ ਘੱਟ ਆਉਂਦੀਆਂ, ਇੱਥੇ ਦੀਆਂ ਸਾਊਥ ਵਿੱਚ ਬਹੁਤ ਘੱਟ ਜਾਂਦੀਆਂ। ਤੋ ਸਾਰੇ ਲੋਕਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ, ਪਰ ਫਿਰ ਵੀ ਇਹਦੇ ਬਾਵਜੂਦ ਅੱਜ ਸਾਰੀ ਦੁਨੀਆ ਇਸ ਅੰਦੋਲਨ ਵੱਲ ਦੇਖ ਰਹੀ ਹੈ। ਤੋ ਹੁਣ ਫੇਰ ਜਿਸ ਤਰ੍ਹਾਂ ਦੁਬਾਰਾ ਪੰਜਾਬ 'ਚੋਂ ਵੱਡੀ ਗਿਣਤੀ 'ਚ, ਹਰਿਆਣੇ 'ਚੋਂ, ਯੂਪੀ 'ਚੋਂ ਵੱਡੀ ਗਿਣਤੀ 'ਚ ਕਿਸਾਨ ਜਾਣਾ ਸ਼ੁਰੂ ਹੋਏ ਨੇ, ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਤੁਹਾਡੇ ਥਰੂ ਇਹ ਬਈ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਸ਼ਾਂਤਮਈ ਰੱਖਣਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ਮੈਂ ਸ਼ੁਰੂ ਤੋਂ ਇੱਕੋ ਗੱਲ ਕਹਿਣਾ ਆਪਣੇ ਭਰਾਵਾਂ ਨੂੰ ਵੀ ਜੇ ਸ਼ਾਂਤਮਈ ਰਹੋਗੇ ਤੁਹਾਡੀ ਜਿੱਤ ਯਕੀਨੀ ਹੈ। ਜਿੱਦਣ ਹਿੰਸਾ ਆਈ ਉਸ ਦਿਨ ਹਾਰ ਨਾਲ ਆ ਜਾਣੀ ਹੈ, ਉਸ ਦਿਨ ਮੋਦੀ ਦੀ ਜਿੱਤ ਹੋ ਜਾਣੀ ਹੈ। ਮੈਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਮੈਨੂੰ ਅਹਿਸਾਸ ਹੈ ਵੀ ਸਾਡਾ ਭਾਈਚਾਰਾ ਇਸ ਗੱਲ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਗਿਆ। ਉਹ ਜੋਸ਼ ਵੀ ਰੱਖਦੇ ਨੇ, ਪਰ ਉਹਦੇ ਨਾਲ ਹੋਸ਼ ਰੱਖਣ ਦਾ ਇਹ ਪਹਿਲਾ ਅੰਦੋਲਨ ਹੈ ਵੀ ਦੋਨੋਂ ਚੀਜ਼ਾਂ ਦਾ ਸੁਮੇਲ ਹੋਇਆ। ਤੋ ਹਰਿਆਣੇ ਵਿੱਚ ਜਿਸ ਤਰ੍ਹਾਂ ਖਾਪ ਪੰਚਾਇਤਾਂ ਨੇ ਫੈਸਲੇ ਲਏ ਨੇ, ਯੂਪੀ ਵਿੱਚ, ਵੈਸਟਰਨ ਯੂਪੀ 'ਚ ਲਏ ਨੇ, ਈਸਟਰਨ ਯੂਪੀ 'ਚ ਫੈਸਲੇ ਲਏ ਨੇ, ਉਹ ਸਾਰੇ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਣ ਲੱਗੇ ਨੇ। ਤੋ ਮੇਰੀ ਸਰਕਾਰ ਨੂੰ ਇੱਕ ਅਪੀਲ ਹੈ ਵੀ ਉਹ ਇਸ ਅੰਦੋਲਨ ਨੂੰ ਜਿਸ ਭਾਵਨਾ ਨਾਲ, ਜਿਸ ਡਿਸਿਪਲਿਨ ਨਾਲ ਇਹ ਚੱਲ ਰਿਹਾ ਹੈ, ਇਹਦੀ ਲੋਕਾਂ ਦੀ ਨਬਜ਼ ਪਛਾਣਨ। ਔਰ ਸਰਕਾਰਾਂ ਲੋਕਾਂ ਲਈ ਹੁੰਦੀਆਂ ਨੇ, ਲੋਕ ਇਸ ਦੇਸ਼ ਦੇ ਮਾਲਕ ਨੇ। ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਨੂੰ ਲੋਕਾਂ ਦੀ ਭਾਵਨਾ ਅਨੁਸਾਰ ਉਹ ਜਿਹੜੇ 3 ਕਾਨੂੰਨਾਂ ਤੋਂ ਲੜਾਈ ਸ਼ੁਰੂ ਹੋਈ ਉਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਹੱਠ ਧਰਮੀ
ਰਾਜਹਟ ਨਹੀਂ ਅਖਤਿਆਰ ਕਰਨਾ ਚਾਹੀਦਾ ਜਿਹੜਾ ਹੁਣ ਤੱਕ ਸਰਕਾਰ ਨੇ ਅਪਣਾਈ ਰੱਖਿਆ। तो मैं अपील करदा अपने सारे भाईचारे ਨੂੰ, ਇੱਕ ਤਾਂ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਖਾਸ ਤੌਰ ਤੇ, ਕਿਉਂਕਿ ਉੱਥੇ ਨੈਟ ਦੀ ਸਮੱਸਿਆ ਸੀ, ਅਸੀਂ ਆਪਣੀ ਗੱਲ ਪਹੁੰਚਾ ਨਹੀਂ ਸੀ ਸਕਦੇ ਲੋਕਾਂ ਤੱਕ। तो मैं ਉਹਨਾਂ ਨੂੰ ਇਹ ਅਪੀਲ ਉਚੇਚੇ ਤੌਰ ਤੇ ਕਰਨ ਆਇਆ ਵੀ ਭਰਾਵੋ ਆਉਣਾ ਤੁਸੀਂ ਜ਼ਰੂਰ, ਸਾਰਿਆਂ ਨੂੰ ਸੱਦਾ ਹੈ, ਤੁਹਾਡਾ ਆਪਣਾ ਅੰਦੋਲਨ ਹੈ, ਪਰ ਇਹ ਮਿੱਥ ਕੇ ਆਉਣਾ ਹੈ ਵੀ ਜੇ ਕੋਈ ਤੁਹਾਨੂੰ ਉਕਸਾਵੇ ਵੀ ਤਾਂ ਵੀ ਤੁਸੀਂ ਉਕਸਾਹਟ 'ਚ ਭਾਵੁਕ ਹੋ ਕੇ ਕੋਈ ਵੀ ਐਸੀ ਕਾਰਵਾਈ ਨਹੀਂ ਕਰਨੀ ਜਿਹਦੇ ਨਾਲ ਅੰਦੋਲਨ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਆਂਚ ਆਵੇ। ਜਿੰਨੇ ਲੋਕੀ ਉੱਥੇ ਆ ਰਹੇ ਨੇ, ਜਿੰਨੇ ਨੌਜਵਾਨ ਬਜ਼ੁਰਗ ਬਿਰਧ ਬੀਬੀਆਂ ਜਿੰਨੇ ਉੱਥੇ ਪਹੁੰਚ ਰਹੇ ਨੇ, ਉਸ ਅੰਦੋਲਨ ਸਾਰਿਆਂ ਦਾ ਉਹਨਾਂ ਦਾ ਹੈ, ਉਹ ਸਾਰੇ ਹੀ ਪ੍ਰਧਾਨ ਨੇ, ਕੋਈ ਛੋਟਾ ਵੱਡਾ ਨਹੀਂ, ਸਾਰੇ ਬਰਾਬਰ ਨੇ। तो मेरी उन्होंने बेनती है, उचेचे तौर पर बेनती करना है भी असी कोई उत्थे युद्ध लड़न नहीं जा रहे। साडा अपना देश है, सरकार इस देश की है, तो ये तय करके इतों घरां तो जाना है बई साडी एक जिम्मेवारी इस अंदोलन ने साडे ते आयद की है। वो जिम्मेवारी है इनू शांतमई तरीके नाल जबर सहना है, किसी नाल धक्का करना नहीं। तो उचेचे तौर पर मैं सरकार दी इस नीति दी भी मैं निंदा करदा भी उन्होंने सानू लोकां तो अलग करने वास्ते जिहड़ा नैट बंद दी सर्विस हरियाणे च ते पंजाब ते इत्थे नाकियां दे उत्ते जिहड़ी नैट दी बंद कीता है, ये बहुत ही निंदणयोग है। इहदे नाल सरकार तो ये उम्मीद नहीं हुंदी भी वो अफवाहां फैलाए, सरकार तो ये उम्मीद नहीं हुंदी भी लोकां विच गलतफहमियां करे, सरकार तो ये उम्मीद नहीं हुंदी लोकां विच किसी तरह की दुफेड़ पैदा करे। असी सारा समाज एक हाँ, इत्थे ना कोई हिंदू सिख मुस्लिम ईसाई की गल है, इत्थे ना कोई किसी जात पात की गल है, सारे एक हाँ, सारे भारतवासी हाँ, सबनू अपने देश की चिंता है। ते जे इहो जी जदों लोकी इकट्ठे होके बैठ के पहला अंदोलन है ਜਿਹੜਾ ਇਹ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਲੜਿਆ ਜਾ ਰਿਹਾ। ਔਰ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਇੱਕੋ ਟਰਾਲੀ ਵਿੱਚ ਪਿੰਡ ਦੀਆਂ ਦੋ ਜਿਹੜੀਆਂ ਹੁਣ ਤੱਕ ਸਿਰਵੱਢਵੀਂ ਵੈਰ ਵਾਲੀਆਂ ਪਾਰਟੀਆਂ ਸੀ, ਉਹ ਦੋਨੋਂ ਇੱਕ ਟਰਾਲੀ ਵਿੱਚ ਇਕੱਠੇ ਸੌਂਦੇ ਨੇ, ਜਦੋਂ ਹਰ ਜਾਤ ਦੇ ਲੋਕ ਉੱਥੇ ਇਕੱਠੇ ਲੰਗਰ ਵਿੱਚ ਸੇਵਾ ਕਰਦੇ ਨੇ। ਇਹ ਨਿਵੇਕਲੀ ਇੱਕ ਇਸ ਅੰਦੋਲਨ ਦੀ ਖੂਬੀ ਸਾਹਮਣੇ ਆਈ ਹੈ। ਮੈਂ ਸਾਰੇ ਜਿਹੜੇ ਨੇ पंजाब हरियाणा यूपी उत्तराखंड राजस्थान जिहड़े नेड़े दे सूबे ने जिहड़े वड्डी गिणती विच उत्थे पार्टिसिपेट कर रहे ने, दूर दे सूबे की पार्टिसिपेशन जिहड़ी आ ओह बहुत दूर होने करके भावें टोकन है फिर भी किसी दी 2000 किसी दी 1000 किसी दी 4000 तक की पार्टिसिपेशन उत्थे है। ये साबित करती है भी सारा देश अज एकमुठ होके सरकार दे बनाए कानूनां दा विरोध कर रहा है। लाल किले की बैरीकेडिंग ਨੂੰ ਲੈ ਕੇ ਜਿਹੜੀ ਚਰਚਾ ਸੀ ਕਿ ਉੱਥੇ ਜਾਣ ਕੇ ਪੁਲਿਸ ਨੇ ਜੋ ਕੁਝ ਕਰਾਇਆ ਤੇ 2 ਦਿਨਾਂ ਤੋਂ ਜਿਹੜੀ ਪੱਥਰਬਾਜ਼ੀ ਹੋ ਰਹੀ ਹੈ, ਦੋਵੇਂ ਘਟਨਾਵਾਂ ਨੂੰ ਕਿਤੇ ਜੋੜ ਕੇ ਦੇਖਦੇ ਹੋ ਕਿ ਇਹਦੇ ਪਿੱਛੇ ਇੱਕੋ ਧਿਰ ਹੈ ਕੋਈ? ਇਹਦੇ ਪਿੱਛੇ ਸਰਕਾਰ ਔਰ ਰੂਲਿੰਗ ਪਾਰਟੀ ਦੇ ਬੀਜੇਪੀ ਦੇ ਆਰਐਸਐਸ ਦੀ ਇਹ ਇੱਕ ਸਾਜ਼ਿਸ਼ ਹੈ। ਉਹ ਲੋਕਾਂ ਨੂੰ ਪ੍ਰਵੋਕ ਕਰਦੇ ਨੇ ਆ ਕੇ, ਤੇ ਅਸੀਂ ਉਹ ਤੋਂ ਚੌਕਸ ਹਾਂ। ਜਿਸ ਤਰ੍ਹਾਂ ਗਾਜ਼ੀਪੁਰ ਬਾਰਡਰ ਤੇ ਹੋਇਆ, ਉੱਥੇ 2 ਐਮਐਲਏ ਤੇ ਬਹੁਤ ਸਾਰੇ ਬੀਜੇਪੀ ਦੇ ਵਰਕਰ ਆ ਕੇ ਪ੍ਰਵੋਕ ਕਰਦੇ ਰਹੇ ਸਾਡੇ ਕਿਸਾਨਾਂ ਨੂੰ। और मैं सिफत करांगा उचेचे तौर पर टकैत साहब दी, उन्होंने इन्ना भावुक भी होए, इन्ना वधिया ढंग नाल संभालिया। उत्थे कोई जिस तरह आए सी खून खराबा करन, उन्होंने बिल्कुल ऐसी कोई घटना होण नहीं दित्ती। ते उहदा नतीजा ये होया भी यूपी सारी साडे नाल तुर पई, हरियाणे दा उधरला हिस्सा सारा रातों रात उत्थे पहुंच गया। ते मैं इस गल लई असीं सारे ਅਸੀਂ सोच रहे कल फैसला भी किया भी किसी वेले टकैत साहब का उचेचे तौर पर सन्मान भी करांगे। उन्होंने स्थिति नूं विगड़न तो संभालिया। यूएपीए लगा दी गई आपके ऊपर, दूसरे किसान नेताओं पर जिनका लाल किले की घटना में हाथ नहीं था, और कहा जा रहा है कि आप उसी ट्रैक्टर मार्च में थे जहां से पुलिस ने आपको रास्ता दिया था। तो क्या कहेंगे कि यदि आपकी गिरफ्तारी होती है तो सेकंड लीडरशिप आपके पास तैयार है? सब कुछ ठीक है, सारा लोग संभाल लेंगे।
और आंदोलन में और कुछ नहीं होता, हार नहीं कोई डालता, केस ही पढ़ते हो। राजेवाल साहब 23 जनवरी ਨੂੰ ਜਿਹੜੀ ਲਾਸਟ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਕੋਈ ਅਗਲੀ ਮੀਟਿੰਗ ਦਾ ਕੋਈ ਫੈਸਲਾ ਹੋਇਆ ਕਿ ਅਗਲੀ ਮੀਟਿੰਗ ਜਾਣੀ ਹੈ नहीं, फिलहाल कोई नहीं, जो सरकार बुलाएगी तो जावांगे। राकेश टिकैत के आंसू ने लग रहा है कि आंदोलन को एक नई धार दे दी है। जिस तरह से कहा जा रहा था, टीवी चैनलों में भी आ रहा था कि आंदोलन अब नहीं रहेगा। देखिए, हम सभी लोग जितने भी इस किसान आंदोलन से बहुत लंबे समय से जुड़े हैं, हमारे अंदर एक तड़प सी किसान के लिए तो है। अगर मुझे कोई कहे आई एम वन ऑफ द फाउंडर्स, मुझे जिंदगी के मैंने अपने 51 साल इस आंदोलन में लगाए हैं, इसका कॉन्स्टिट्यूशन मैंने लिखा है। अगर मेरे सामने किसी किसान के साथ ज्यादती होती है, कई बार मैं अपने आप को कंट्रोल नहीं कर पा रहा, जो ज्यादती करने वाला ऑफिसर होता है उसको मैं सीधा सीधा कड़ा जवाब देता हूं। तो ये नेचुरल है, जो लोग किसान आंदोलन में लंबे समय से जुड़े हुए हैं वो कई बार भावुक हो जाते हैं, और टिकैत साहब अंदर से भावुक हुए थे, वो आहत हुए थे सरकार के उस तरीके से, जिस तरीके से वो किसानों के साथ पेश आ रहे थे। बार-बार लोग का सवाल है कि शायद ये खत्म हो गया, कुछ कहने वापस आ रहे हैं, कुछ इन्हें भ्रम दूर करोगे? नहीं, वो सिर्फ ते सिर्फ इस करके है भी नेट बंद है, एक तरफा जानकारी लोगों को परोसी जा रही है, साडी जानकारी लोगों को नहीं जा रही। और ये भी गलत है भी ਜਿਹੜੇ लोग कहते ने भी पता नहीं वो ਜਿਹੜਾ रूट सी वो गलत सी। देखो, साडी पॉलिसी ये सी भी ਵੱਧ ਤੋਂ ਵੱਧ आम लोगों के विच ही ਅਸੀਂ सड़कों ਤੇ ਭਜਾ ਕੇ ਨਾ ट्रैक्टर चलाइए। मैनू गल पूरी कर लें दी, ਅਸੀਂ सड़कों ਤੇ ट्रैक्टर ना भजाइए, ਅਸੀਂ लोगों के विच ही जाइए, सानू भी पता लगेगा दिल्ली के लोग कितना प्यार करते हैं। और लोगों ने एडी वड्डी पद्धर ते गेट लाए सी, किते लंगर लाए सी, किते मिठाई वंड रहे सी, वो सारा कुछ इस इंसीडेंट की वजह करके सानू जदों कैंसल करना पै गया, वो तरह तरह रह गया। इदां दी कोई गल नहीं भी असी सानू रूट उन्होंने जान के गलत दिता, असी कन्फ्रंटेशन नहीं सी चाहते, सानू सारी स्थिति का अंदाजा सी भी जे इत्थे जावांगे तो अगे कन्फ्रंटेशन होएगी। साडा निशाना क्योंकि पीसफुल अंदोलन नूं रखना है, इस करके असी सोच समझ के जिहड़े रूट सी वो इस तरह बनवाए सी। ले मैं मन के तुरदा हमेशा मैं एक गल कहना, साडी इखलाकी जिम्मेवारी है भी वो शांतमई रहन, और इखलाकी जिम्मेवारी है भी वो लोग सही सलामत हसदे रसदे घर नूं वापस आउण। असीं किसी दे धीआं पुत्तां नूं मरवा के अपनी लीडरी चमकाउण वाले नहीं, ना साडा हैगा कोई रस्ता। ते असीं उस दिन राती 10 बजे तक साडा आपू विच ही तालमेल नहीं हो सकिया। असीं किहनूं कहना सी जदों उत्थे है ही नहीं, साधने कोई नहीं, नैट नहीं, कुछ नहीं है। नहीं, स्थानक लोग साडे नाल ने, खाप पंचायतां ने पंचायतां इकट्ठियां करके मीटिंगां करके साडे वल नूं रुख मोड़ लिया। हाँ, जिहड़े कर रहे ने वो सरकार दे ते भाजपा दे बंदे ने, RSS दे बंदे ने, असीं उन्हां नूं समझदे हां, असीं आइडेंटिफाई भी कीते होए आ, असीं समां हुण ते दस भी देंगे भी किहड़े ने। असीं चौकस हां, सानूं पता है भी सरकार सानूं प्रवोक करके उत्थे हिंसा फैलाउणी चाहुंदी है, पर असीं हिंसक नहीं होवांगे। असीं सारिआं नूं कह दित्ता होया, असीं रोज़ जिद्दां पिंडां 'च ठीकरी पहिरे लगदे आ, असीं हर ट्राली विचों 2-2 किसानां दी ठीकरी पहिरा लाउने आ। आपो अपनी ट्राली का ख्याल रखते हैं, अपने आले दुआले का ख्याल रखते हैं। असीं अपने नाल ये भी कहा है भी जिन्हों तुसीं नहीं जानते उन्होंने या तो जिहड़े साडी जिहड़ी एक टीम बनाई हुई है उत्थे जिहड़े बने ने साडे वॉलंटियर्स ने, उन्हां दी टीम है, उन्हां दे हवाले करो। असीं पुछांगे कि बहुत सारे लोगों को असीं फड़ के रोज़ पुलिस के हवाले करते। नौजवानों नूं मैं जदों उठ के स्टेज तो अपील करदा, मैनूं इस गल की बहुत तसल्ली हुंदी है। मेरे कहने के बाद मैं इस गल च मैनूं बहुत खुशी है, बहुत तसल्ली है। इस अंदोलन ने 2-3 चीज़ां बहुत निवेकलियां कीतियां ने। नहीं, मैं वो सोशल मीडिया ते बड़ा कुछ हुंदा, उहदी नहीं मैं गल करदा, मैं ग्राउंड रियलिटी की गल करदा। मैनूं इस गल की एडी तसल्ली है भी जिहड़े नौजवान नूं हुण तक किते पोलीटिकल बदनाम करते रहे भी ये तां नशेड़ी ने जी, ये तां पता नहीं की कुछ ने, वो नौजवान जदों मैं स्टेज ते उन्हां नूं अपील करके उतरदा, मैनूं रस्ते च मिलते हैं, किसी ने झाड़ू फड़िया सफाई करन, कोई ट्रैफिक कंट्रोल कर रहा है, कोई लंगर च सेवा कर रहा है, मैं उन्होंने बार बार शाबाश दिना भी तुसीं अपना एक कलंक धोता। देखो जी, एक बारी सारिआं नूं झटका लग्या, बहुत असीं सारे एक तरह सदमे च सी, क्योंकि जिहड़ा कदे सोचिया नहीं। लाल किला देश की शान है,
ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ। ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ, ਜਿਹੜੇ ਲੋਕ ਇੱਧਰੋਂ ਉੱਧਰੋਂ ਬਿਆਨ ਆਉਂਦੇ ਸੀ ਵੀ ਅਸੀਂ ਲਾਲ ਕਿਲ੍ਹੇ ਤੇ ਜਾਵਾਂਗੇ, ਅਸੀਂ ਪਾਰਲੀਮੈਂਟ ਜਾਵਾਂਗੇ, ਅਸੀਂ ਫਲਾਣੇ ਤੋਂ ਜਾਵਾਂਗੇ, ਅਸੀਂ ਉਚੇਚੇ ਤੌਰ ਤੇ ਬਾਰ-ਬਾਰ ਕਹਿੰਦੇ ਰਹੇ ਵੀ ਸਾਡਾ ਕੋਈ ਪ੍ਰੋਗਰਾਮ ਨਹੀਂ ਲਾਲ ਕਿਲ੍ਹੇ ਤੇ ਜਾਣ ਦਾ, ਸਾਡਾ ਕੋਈ ਪ੍ਰੋਗਰਾਮ ਨਹੀਂ ਪਾਰਲੀਮੈਂਟ ਵਿੱਚ ਜਾਣ ਦਾ, ਸਾਡਾ ਪ੍ਰੋਗਰਾਮ ਪੀਸਫੁਲ ਅੰਦੋਲਨ ਹੈ, ਅਸੀਂ ਜਿਹੜੇ ਰੂਟ ਦੇ ਦਿੱਤੇ ਅਸੀਂ ਉੱਥੇ ਹੀ ਜਾਵਾਂਗੇ। ਤੇ ਲੇਕਿਨ ਫਿਰ ਵੀ ਜੋ ਕੁਝ ਵਾਪਰਿਆ ਉਹਦੇ ਨਾਲ ਕੁਦਰਤੀ ਹੈ, ਝਟਕਾ ਤਾਂ ਲੱਗਣਾ ਸੀ, ਪਰ ਉਹ ਸਾਰਾ ਉਹਦਾ ਅਸਰ 1-1.5 ਦਿਨ ਰਿਹਾ। ਉਹਦੇ ਬਾਅਦ ਜਦੋਂ ਦੁਬਾਰਾ ਲੋਕਾਂ ਨੇ ਮੋੜਾ ਪਾਇਆ, ਹੁਣ ਉੱਥੇ ਫੇਰ ਉਹੀ ਪਹਿਲੇ ਵਾਲੀ ਸਥਿਤੀ ਬਹਾਲ ਹੋ ਗਈ। ਔਰ ਮੈਨੂੰ ਲੱਗਦਾ ਹੈ ਬਈ 2 ਤਰੀਕ ਤੱਕ ਸਥਿਤੀ ਐਸੀ ਹੋ ਜਾਏਗੀ ਜਿੰਨੇ ਲੋਕ ਪਹਿਲਾਂ ਗਏ ਨੇ ਸ਼ਾਇਦ ਉਦੋਂ ਕਈ ਗੁਣਾ ਵੱਧ ਉੱਥੇ ਪਹੁੰਚ ਜਾਣਗੇ। ਦੇਖੋ ਜੀ, ਪੰਜਾਬ ਔਰ ਹਰਿਆਣੇ ਦੇ ਲੋਕ ਜਿਹੜੇ ਨੇ ਦੋਵੇਂ ਭਰਾ ਨੇ। ਪੰਜਾਬ, ਹਰਿਆਣਾ, ਹਿਮਾਚਲ ਕਿਸੇ ਵੇਲੇ ਇੱਕੋ ਪੰਜਾਬ ਰਿਹਾ ਆਜ਼ਾਦੀ ਤੋਂ ਬਾਅਦ। ਸਾਡੀ ਕਲਚਰ ਮਿਲਦੀ ਹੈ, ਸਾਡੀਆਂ ਬਹੁਤ ਸਾਰੀਆਂ ਸਾਂਝਾਂ ਨੇ। ਮੈਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਾਂਗਾ, ਹਰਿਆਣੇ ਵਾਲਿਆਂ ਨੂੰ ਖਾਸ ਤੌਰ ਤੇ, ਉਹ ਨੇੜੇ ਬੈਠੇ ਨੇ, ਜਿਸ ਤਰ੍ਹਾਂ ਉੱਥੇ ਦੁੱਧ ਵਗੈਰਾ ਰਾਸ਼ਨ ਨੂੰ ਪਹੁੰਚਾਉਂਦੇ ਨੇ ਹਰਿਆਣੇ ਵਾਲੇ ਹਰ ਰੋਜ਼, ਇੱਥੋਂ ਜਾਂਦਾ ਪੰਜਾਬ ਚੋਂ ਵੀ, ਪਰ ਪੰਜਾਬ ਚੋਂ ਜਿਹੜਾ ਰਾਸ਼ਨ ਜਾਂਦਾ ਹੈ ਉਹ ਉਹਨਾਂ ਨਹੀਂ ਜਿੰਨਾ ਹਰਿਆਣੇ ਚੋਂ ਜਾਂ ਉਧਰ ਗਾਜ਼ੀਪੁਰ ਬਾਰਡਰ ਤੇ ਯੂਪੀ ਵੱਲੋਂ ਆਉਂਦਾ ਹੈ। ਜਿਹੜੇ ਲੋਕਲ ਲੋਕ ਦਿੰਦੇ ਨੇ ਉਹਨਾਂ ਲਈ ਧੰਨਵਾਦੀ ਹਾਂ, ਪਰ ਨਾਲ ਹੀ ਅਪੀਲ ਉਹਨਾਂ ਨੂੰ ਇਹ ਹੈ ਬਈ ਉਹ ਮੋਹਰੀ ਹੋ ਕੇ ਆਪਣਾ ਰੋਲ ਨਿਭਾਉਣ ਔਰ ਸ਼ਾਂਤਮਈ ਰਹਿਣ ਵਾਸਤੇ ਥਾਂ ਥਾਂ ਅਪੀਲ ਕਰਨ। ਵੀਡੀਓ ਬਾਰੇ ਉਹ ਮੇਰਾ ਜਿਹੜਾ ਬਿਆਨ ਸੀ, ਜੋ ਅਗਲਾ ਔਰ ਪਿਛਲਾ ਪੋਰਸ਼ਨ ਕੱਟ ਕੇ ਜਿਹੜਾ ਬੀਜੇਪੀ ਦਾ IT ਸੈੱਲ ਹੈ ਉਹਨਾਂ ਨੇ ਸ਼ਰਾਰਤ ਨਾਲ ਦੁਫੇੜ ਪਾਉਣ ਵਾਸਤੇ ਜਾਰੀ ਕੀਤਾ, ਉਹਦਾ ਹਰਿਆਣੇ 'ਚ ਹੁਣ ਕੋਈ ਅਸਰ ਨਹੀਂ ਔਰ ਸਾਰੇ ਹਰਿਆਣੇ ਵਾਲੇ ਮੋਹਰੀ ਹੋ ਕੇ ਉੱਥੇ ਰੋਲ ਨਿਭਾ ਰਹੇ ਨੇ। ਮੇਰੀ ਫੇਰ ਇੱਕ ਵਾਰ ਅਪੀਲ ਹੈ, ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰਾਖੰਡ, UP ਦੇ ਕਿਸਾਨਾਂ ਨੂੰ ਵੱਧ ਚੜ ਕੇ ਆਓ, ਪਰ ਸ਼ਾਂਤਮਈ ਰਹਿਣ ਦਾ ਸਹੁੰ ਖਾ ਕੇ ਹੀ ਆਓ। ਤੁਹਾਡਾ ਅੰਦੋਲਨ ਇਹਨੂੰ ਕੋਈ ਖਰਾਬ ਨਾ ਕਰ ਸਕੇ।